ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਵੱਡੇ ਭਾਗ ਹਨ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਆਪ ਜੀਆਂ ਨੇ ਸਰਵਣ ਕੀਤੇ ਹਨ। ਗੁਰੂ ਦਰਬਾਰ ਵਿੱਚ ਹਾਜ਼ਰੀ ਲਗਵਾਈ ਹੈ। ਸਾਹਿਬ ਕਿਰਪਾ ਕਰਨ, ਚੜ੍ਹਦੀਆਂ ਕਲਾ ਹਰਮਦਾਨੀ ਫਤਿਹ ਬਖਸ਼ਣ। ਇਹ ਮੁੱਖ ਵਾਕ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਬੈਰਾੜੀ ਰਾਗ ਵਿੱਚ ਇਹ ਸ਼ਬਦ ਸੁਭਾਏਮਾਨ ਹਨ, ਜਿਸ ਦੀ ਪਹਿਲੀ ਤੁਕ ਵਿੱਚ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਅਤੇ ਗੁਣ ਗਾਉਣ ਦੀ ਭਾਵਨਾ ਪ੍ਰਗਟ ਕੀਤੀ ਹੈ। ਸਾਹਿਬ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਪਣੇ ਮੁਖਾਰ ਬਿੰਦ ਵਿੱਚੋਂ ਉਚਾਰਨ ਕਰਦੇ ਹਨ, ਹਰ ਜਨ ਰਾਮ ਨਾਮ ਗੁਣ ਗਾਵੈ। ਹਰੀ ਦਾ, ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਜਨ ਹੈ, ਸੇਵਕ ਹੈ, ਹਰ ਜਨ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਉਸ ਦੇ ਹੁਕਮ ਦੇ ਵਿੱਚ ਰਹਿੰਦਾ ਹੈ, ਉਸ ਦੇ ਉਪਦੇਸ਼ ਨੂੰ ਹਿਰਦੇ ਦੇ ਅੰਦਰ ਧਾਰਨ ਕਰਦਾ ਹੈ। ਸਾਹਿਬ ਕਹਿੰਦੇ ਹਨ, ਹਰ ਜਨ ਰਾਮ ਨਾਮ ਗੁਣ ਗਾਵੈ। ਉਹ ਸੇਵਕ ਰਾਮ ਦੇ, ਪਰਮੇਸ਼ਵਰ ਦੇ, ਅਕਾਲ ਪੁਰਖ ਵਾਹਿਗੁਰੂ ਦੇ, ਅੱਲਾ ਦੇ, ਗੌਡ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਪਰਮਾਤਮਾ ਦੇ ਗੁਣ ਗਾਉਂਦਾ ਹੈ। ਤੇ ਸਾਹਿਬ ਕਹਿੰਦੇ ਨੇ ਉਸ ਰਾਮ ਦੇ ਨਾਮ ਨੂੰ ਜਪਣਾ ਕਰਦਾ ਹੈ। ਰਾਮ ਨਾਮ ਗੁਣ ਗਾਵੈ। ਜੋ ਰਾਮ ਭਾਵ ਰਮਿਆ ਹੋਇਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜੋ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਸਾਹਿਬ ਕਹਿੰਦੇ ਨੇ ਹਰੀ ਦਾ ਪਿਆਰਾ ਪਰਮਾਤਮਾ ਨੂੰ ਜਪਣਾ ਕਰਦਾ ਹੈ। ਐਸੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਜੋ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਸਾਹਿਬ ਕਹਿੰਦੇ ਹਨ, ਜਿਹੜੇ ਉਸ ਰੰਗ ਦੇ ਵਿੱਚ ਰੰਗੇ ਹੁੰਦੇ ਹਨ, ਜਿਹੜੇ ਰੱਬ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਲੀਨ ਰਹਿੰਦੇ ਹਨ, ਸਾਹਿਬ ਕਹਿੰਦੇ ਹਨ, ਉਹਨਾਂ ਅਕਾਲ ਪੁਰਖ ਵਾਹਿਗੁਰੂ ਦੇ, ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਆਪ ਵਾਸਾ ਕਰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਉਹ ਰੱਬ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਲੀਨ ਰਹਿੰਦੇ ਹਨ। ਸਾਹਿਬ ਕਹਿੰਦੇ ਨੇ, ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ। ਹਰ ਗੁਣ ਗਾਵੇ ਹਰ ਜਨ ਲੋਗਾ, ਵੱਡਾ ਭਾਗ ਪਾਏ ਹਰ ਨਿਰਜੋਗਾ। ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੀ ਵੱਡੇ ਭਾਗ ਪ੍ਰਾਪਤ ਹੁੰਦੇ ਹਨ। ਹੁਣ ਸਾਹਿਬ ਕਹਿੰਦੇ ਨੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਵਾਲੇ, ਰੱਬ ਦੇ ਪਿਆਰੇ ਦੇ, ਜੋ ਰੱਬ ਦਾ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਤੇ ਸਾਹਿਬ ਕਹਿੰਦੇ ਨੇ, ਉਸ ਪਰਮੇਸ਼ਰ ਦੇ, ਹਰੀ ਦੇ, ਰੱਬ ਦੇ ਪਿਆਰੇ ਦੇ ਗੁਣਾਂ ਦਾ ਸਾਹਿਬ ਕਹਿੰਦੇ ਹਨ, ਅਗਰ ਕੋਈ ਉਪਕਾਰ ਨਹੀਂ ਕਰ ਸਕਦਾ ਤੇ ਸਾਹਿਬ ਕਹਿੰਦੇ ਨੇ, ਉਸ ਦੀ ਨਿੰਦਿਆ ਕਰਨ ਦਾ ਵੀ ਕਿਸੇ ਦਾ ਹੱਕ ਨਹੀਂ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ, ਸਾਹਿਬ ਕਹਿੰਦੇ ਹਨ, ਜੋ ਰੱਬ ਦੇ ਪਿਆਰੇ ਹਨ, ਜੋ ਰੱਬ ਦੇ ਰੰਗ ਦੇ ਵਿੱਚ ਰੱਤੇ ਹੋਏ ਹਨ, ਸਾਹਿਬ ਉਹਨਾਂ ਰੱਬ ਦੇ ਪਿਆਰਿਆਂ ਦੀ ਪਰਥਾਏ ਸ਼ਬਦ ਵਰਤਦੇ ਹਨ। ਕਹਿੰਦੇ ਨੇ, ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ ਨਾ, ਤਾਂ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ। ਉਹ ਆਪਣੇ ਸੁਭਾਅ ਦੇ ਵਿੱਚ ਮਸਤ ਰਹਿੰਦਾ ਹੈ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਲੱਗਿਆ ਰਹਿੰਦਾ ਹੈ। ਚਾਹੇ ਉਸ ਦੀ ਸੰਸਾਰ ਬੁਰਿਆਈ ਕਿਉਂ ਨਾ ਕਰੇ, ਉਹ ਆਪਣੇ ਸੁਭਾਅ ਨੂੰ ਤਿਆਗਦਾ ਨਹੀਂ ਹੈ। ਸਾਹਿਬ ਨੇ ਗੁਰਬਾਣੀ ਦੇ ਵਿੱਚ ਫੁਰਮਾਨ ਵੀ ਕੀਤਾ ਹੈ, ਦਰਜ ਵੀ ਕੀਤਾ ਹੈ, ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲੈ ਅਸੰਤ। ਮਲਿਆਗਰ ਭੁਯੰਗਮ ਬੇੜਿਓ, ਤਾ ਸੀਤਲਤਾ ਨਾ ਤਜੰਤ। ਭਾਵ ਸਾਹਿਬ ਕਹਿੰਦੇ ਨੇ, ਜਿਸ ਦਾ ਸੰਤ ਸੁਭਾਅ ਹੈ, ਰੱਬ ਦੇ ਪਿਆਰੇ ਦਾ ਸੰਤਾਂ ਵਰਗਾ ਸੁਭਾਅ ਹੈ, ਭਾਵ ਨਿਮਰਤਾ ਵਾਲਾ ਸੁਭਾਅ ਹੈ, ਪਰਉਪਕਾਰ ਵਾਲਾ ਸੁਭਾਅ ਹੈ। ਸਾਹਿਬ ਕਹਿੰਦੇ ਹਨ,
संत न छाड़ै संतई, जो कोटक मिलै संत। भाव वो रब दा प्यारा, अपना निघा सुभाव, निम्रता वाला सुभाव, परोपकार वाला सुभाव त्यागदा नहीं है। चाहे उसनू कितने भी बुरे इंसान मिल जान, माड़ी संगत मिल जावे, साहिब कहदू अपने सुभाव नू छड्डना नहीं करता। किस तरह? मलयागर भुयंगम बेडियो, ता शीतलता नत जंत। साहिब कहते हैं जिस तरह चंदन के रुख के उत्ते सप ने लपेटा भी मारिया हुंदा है, पर चंदन अपने विचों सुगंधी नहीं छड्डदा। वो सब नू एक समान खुशबू दिंदा है, सुगंधी दिंदा है। ते सप दे लिपटे होण करके भी वो सप दी जहर अपने उपर नहीं लैंदा। साहिब कहते हैं ये सप का सुभाव है डंग मारना, पर जिहड़ा साहिब कहते हैं चंदन का सुभाव है, उस वास्ते सब एक समान हैं। वो चंदन उस सप नूं भी खुशबू दिंदा है जिहड़ा उसके उपर लिपटिया होया है, जिस विच अंतां दी जहर है। ते साहिब कहते हैं इस करके हे इंसान, जे कोई निंद करे हर जन की, अपना गुण ना गवावे। जे कोई उस रब दे प्यारे दी साहिब कहते निंदा भी करता है ना, तो साहिब कहते हैं जे निंदा भी करता है तो उस निंदा का उपर कोई प्रभाव नहीं पैंदा। भाव जे उसकी कोई बुराई भी करता है तो साहिब कहते हैं वो अपने इस निघे सुभाव नूं, निम्रता वाले सुभाव नूं त्यागदा नहीं है। तो फरीद साहिब ने तो इत्थों तक कह दिता है, भगत फरीद जी कहते हैं, फरीदा बुरे दा भला कर, गुस्सा मन ना हंडाए, देही रोग न लगई, पल्लै सब किश पाए। फरीद साहिब अपना सुभाव लोकां नूं दिंदे होए कह रहे हैं कि हे कि बुरे पुरुष नाल बुराई नहीं बल्कि भलाई करनी चाहिए है। हुण साध संगत जी एक कहना भी सौखा है तो सुनना भी बड़ा सौखा है, पर इस शब्द नूं कमाउणा बहुत औखा है। अज दे सुभाव की गल करिए, अगर कोई किसी नूं एक गल सुणाउंदा है तो अगला दूसरे नूं घरे छड्ड के आउंदा है, गल नहीं सुनता। पर साहिब गुरबाणी दे विच दर्ज कर रहे हैं 1381 अंग दे विच भगत फरीद जी ये शब्द दर्ज करते हैं। फरीदा बुरे दा भला कर, गुस्सा मन ना हंडाए, देही रोग न लगई, पल्लै सब किश पाए। भगत फरीद जी कह रहे हैं बुरे इंसान की बुराई ना करो बल्कि भलाई करनी चाहिए है। उसदे बुरेपन तो क्रोध नहीं करना चाहिए, उसनू खिमा कर देना चाहिए है, जिस करके उस इंसान के मन ते भी बुद्धि ते भी चोट वजे। क्योंकि साहिब कहते हैं उसका सुभाव है, उसका कौड़ा सुभाव, उसने कौड़े सुभाव के नाल अपना शब्द कहना है। पर साहिब कहते हैं, भगत फरीद जी कहते हैं बुरे का भला कर, तू उसका बुरा नहीं करना, तू उसका भला ही मंगना है। पर भगत जी कहते हैं जो तू उसका भला ही मंगेगा, देही रोग न लग गई, पल्लै सब किश पाए। भगत जी कहते हैं फिर तेरे शरीर नूं तन करके भी मन करके भी दुख नहीं लगेगा। साइंस भी इस विज्ञान भी इस गल नूं मनदी है भी जदों इंसान नूं गुस्सा आउंदा है ना, क्रोध आउंदा है, तो उसका जिहड़ा बल है, ताकत है, एनर्जी है, पावर है, ऊर्जा वो घटदी है। भाव नैगेटिव ख्याल उसके मन दे विच जदों आउंदा है, क्रोध आउंदा है, गुस्सा आउंदा है, तो विज्ञान भी इस गल नूं, डॉक्टर भी इस गल नूं सिद्ध करते हैं भी उस गुस्से नूं शांत करन वास्ते अपने सुभाव नूं बदल लेना चाहिए। ते भगत जी ने गुरबाणी दे विच शब्द कह दिता है, दर्ज कर दिता है, कहते जिहड़ा इंसान गुस्सा नहीं करता, देही रोग ना उसके शरीर नूं रोग भी नहीं लगता, ते पल्लै सब किश पाए। भाव वो सारिया नियामतां प्राप्त कर लेंदा, अपने मिठे सुभाव दा करके, निघे सुभाव दा करके सारिया नियामतां प्राप्त कर लेंदा है। हुण साहिब ने गुरबाणी दे विच ये दर्ज कह दिता है, कर दिता है, स्पष्ट कह के साहिब ने अंकित किया है, मोहर लाई है, जो किछ करे सो आपे स्वामी हरे आपे कार कमावै।
ਉਹ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਹੈ, ਉਹ ਆਪ ਹੀ ਸਾਰਾ ਕੁਝ ਕਰਦਾ ਹੈ। ਹਰੇਕ ਇਨਸਾਨ ਦੇ ਵਿੱਚ ਉਹ ਆਪ ਬੈਠਾ ਹੈ। ਪਰ ਸਾਹਿਬ ਕਹਿੰਦੇ ਹਨ ਜਿਹੜਾ ਖਿਮਾ ਕਰ ਦਿੰਦਾ ਹੈ, ਜਿਹੜਾ ਆਪਣੇ ਸੁਭਾਅ ਦੇ ਅੰਦਰ ਰਹਿੰਦਾ ਹੈ, ਭਾਵ ਨਿੱਘੇ ਸੁਭਾਅ ਦੇ ਵਿੱਚ, ਪਰਉਪਕਾਰ ਵਾਲੇ ਸੁਭਾਅ ਦੇ ਵਿੱਚ, ਸੰਤਾਂ ਵਾਲੇ ਸੁਭਾਅ ਦੇ ਵਿੱਚ ਰਹਿੰਦਾ ਹੈ, ਨਿਮਰਤਾ ਦੇ ਘਰ ਦੇ ਵਿੱਚ ਰਹਿੰਦਾ ਹੈ, ਸਾਹਿਬ ਕਹਿੰਦੇ ਹਨ ਸੋ ਖਿਮਾ ਕਹਿ ਦੇਵ ਸੁਨੋ ਮਨ ਮੈਂ ਨਰ ਕ੍ਰੋਧ ਕਰੇ ਤਬ ਮੌਨ ਗਹੀਜੈ। ਕਹਿੰਦੇ ਨੇ ਜਦੋਂ ਕੋਈ ਕਿਸੇ ਤੇ ਕ੍ਰੋਧ ਕਰੇ ਨਾ, ਉਦੋਂ ਮੌਨ ਧਾਰਨ ਕਰ ਲਓ, ਭਾਵ ਚੁੱਪੀ ਸਾਧ ਲਓ। ਜਿਹੜਾ ਕਹਿੰਦਾ ਹੈ ਉਸ ਨੂੰ ਕਹਿਣ ਦਿਓ, ਪਰ ਭਾਵ ਇਹ ਹੈ ਕਿ ਇੰਨੀ ਨਿਮਰਤਾ ਆਉਣੀ ਬਹੁਤ ਔਖੀ ਹੈ। ਮਹਾਰਿਸ਼ੀ ਬਿਆਸ ਜੀ ਹੋਏ ਹਨ, ਸਭ ਨੇ ਉਹਨਾਂ ਦਾ ਨਾਮ ਸੁਣਿਆ ਹੈ। ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ ਕਿ ਉਹ ਇੱਕ ਨਦੀ ਤੇ ਬੈਠੇ ਹਨ ਤੇ ਇਸ਼ਨਾਨ ਕਰ ਰਹੇ ਹਨ। ਨਦੀ ਦੇ ਕਿਨਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੰਗਾਂ ਦੇ ਵਿੱਚ ਮਸਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰ ਰਹੇ ਹਨ। ਉਹਨਾਂ ਨੇ ਉਸ ਨਦੀ ਦੇ ਵਿੱਚ ਰੁੜੇ ਜਾਂਦੇ ਇੱਕ ਬਿੱਛੂ ਨੂੰ ਦੇਖਿਆ ਹੈ। ਹੁਣ ਇਹ ਸਾਖੀ ਉੱਥੇ ਹੀ ਢੁਕਦੀ ਹੈ ਵੀ ਸੰਤ ਨਾ ਛਾੜੈ ਸੰਤਈ ਜੋ ਕੋਟਿਕ ਮਿਲੈ ਅਸੰਤ। ਜਿਹੜਾ ਇਨਸਾਨ ਚੰਗੇ ਸੁਭਾਅ ਵਾਲਾ ਹੈ, ਨਿਮਰਤਾ ਵਾਲਾ ਹੈ, ਮਿੱਠਤ ਵਾਲਾ ਹੈ, ਉਹ ਆਪਣੇ ਸੁਭਾਅ ਨੂੰ ਕਦੇ ਨਹੀਂ ਛੱਡਦਾ, ਚਾਹੇ ਉਸ ਨੂੰ ਕਿੰਨੇ ਵੀ ਮਾੜੇ ਇਨਸਾਨ ਮਿਲ ਜਾਣ। ਤੇ ਮਹਾਰਿਸ਼ੀ ਬਿਆਸ ਜੀ ਇਸ਼ਨਾਨ ਕਰ ਰਹੇ ਹਨ, ਉਸ ਨਦੀ ਦੇ ਵਿੱਚ ਇੱਕ ਬਿੱਛੂ ਵੀ ਰੁੜਿਆ ਆ ਰਿਹਾ ਹੈ। ਹੁਣ ਬਿਆਸ ਜੀ ਦਾ ਮਨ ਕੀਤਾ, ਕਿਉਂਕਿ ਨਿਮਰਤਾ ਦੇ ਉਹ ਵੀ ਘਰ ਸਨ, ਮਨ ਦੇ ਵਿੱਚ ਖਿਆਲ ਆਇਆ ਵੀ ਇਸ ਬਿੱਛੂ ਨੂੰ ਬਾਹਰ ਕੱਢ ਦੇਣਾ ਚਾਹੀਦਾ, ਨਹੀਂ ਤਾਂ ਇਸ ਦੀ ਮੌਤ ਹੋ ਜਾਣੀ ਹੈ। ਜੀ ਦਇਆ ਪ੍ਰਵਾਨ, ਗੁਰਬਾਣੀ ਵੀ ਇਸ ਗੱਲ ਨੂੰ ਕਹਿੰਦੀ ਹੈ, ਜੀਆਂ ਤੇ ਵੀ ਦਇਆ ਕਰਨੀ ਚਾਹੀਦੀ ਹੈ। ਹੁਣ ਜਦੋਂ ਉਹ ਬਿੱਛੂ ਨੂੰ ਆਪਣੇ ਹੱਥ ਨਾਲ ਫੜ ਕੇ ਬਾਹਰ ਕੱਢਣਾ ਚਾਹੁੰਦੇ ਹਨ ਨਾ, ਉਸੇ ਟਾਈਮ ਬਿੱਛੂ ਡੰਗ ਮਾਰਦਾ। ਜਦੋਂ ਇੱਕ ਵਾਰ ਕੱਢਣ ਲੱਗੇ ਤਾਂ ਡੰਗ ਵੱਜਾ, ਦੂਸਰੀ ਵਾਰ ਤਾਂ ਡੰਗ ਵੱਜਾ, ਕਰਦਿਆਂ ਕਰਦਿਆਂ 4-5 ਵਾਰ ਜਦੋਂ ਉਸ ਬਿੱਛੂ ਨੇ ਡੰਗ ਮਾਰਿਆ ਤੇ ਅਖੀਰ ਦੇ ਵਿੱਚ ਬਿਆਸ ਰਿਸ਼ੀ ਜੀ ਨੇ ਉਸ ਨੂੰ ਨਦੀ ਤੋਂ ਕੱਢ ਕੇ ਬਾਹਰ ਕੱਢ ਦਿੱਤਾ ਹੈ। ਤੇ ਜਦ ਉਹ ਨਦੀ ਦੇ ਪਾਣੀ ਦੇ ਵਿੱਚੋਂ ਬਾਹਰ ਕੱਢਿਆ, ਲਾਗੇ ਇੱਕ ਇਨਸਾਨ ਦੇਖ ਰਿਹਾ ਹੈ। ਉਹ ਇਨਸਾਨ ਰਿਸ਼ੀ ਜੀ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗਾ, ਹੇ ਮੁਨੀਵਰ, ਹੇ ਮਹਾਰਿਸ਼ੀ ਬਿਆਸ ਜੀ, ਮੈਂ ਕਈ ਚਿਰ ਤੋਂ ਵੇਖ ਰਿਹਾ ਹਾਂ ਆਪ ਜੀ ਇਸ ਬਿੱਛੂ ਨੂੰ ਪਾਣੀ ਦੇ ਵਿੱਚੋਂ ਕੱਢ ਰਹੇ ਹੋ ਤੇ ਉਹ ਬਿੱਛੂ ਵਾਰ-ਵਾਰ ਆਪ ਜੀ ਤੇ ਡੰਗ ਮਾਰ ਰਿਹਾ ਹੈ। ਤੇ ਜਦੋਂ ਪਤਾ ਹੈ ਵੀ ਇਹ ਆਪ ਜੀ ਨੂੰ ਕੱਟ ਰਿਹਾ ਹੈ, ਆਪ ਜੀ ਇਸ ਨੂੰ ਕਿਉਂ ਕੱਢ ਰਹੇ ਸੀ? ਤੇ ਮਹਾਰਿਸ਼ੀ ਬਿਆਸ ਜੀ ਨੇ ਬੜੀ ਨਿਮਰਤਾ ਦੇ ਨਾਲ ਜਵਾਬ ਦੇਣਾ ਕੀਤਾ। ਕਹਿੰਦੇ ਪਰਮਾਤਮਾ ਦੀ ਕੁਦਰਤ ਦੀ ਇਹ ਬਣਾਈ ਹੋਈ ਜੀਵ ਹਨ, ਇਹ ਕੁਦਰਤ ਦਾ ਨਿਯਮ ਹੀ ਹੈ। ਇਹ ਬਿੱਛੂ ਦਾ ਸੁਭਾਅ ਹੈ ਡੰਗ ਮਾਰਨਾ, ਪਰ ਸਾਡਾ ਸੁਭਾਅ ਹੈ ਇਸ ਦੀ ਜਾਨ ਬਚਾਉਣਾ। ਕਹਿੰਦੇ ਹਨ ਇਸਨੇ ਆਪਣਾ ਕੰਮ ਕੀਤਾ ਹੈ, ਅਸੀਂ ਆਪਣਾ ਕੰਮ ਕੀਤਾ ਹੈ, ਪਰ ਇਸ ਦੇ ਸੁਭਾਅ ਦੇ ਅੰਦਰ ਹੀ ਹੈ ਵੀ ਇਸਨੇ ਡੰਗ ਮਾਰਨਾ ਹੀ ਮਾਰਨਾ ਹੈ। ਪਰ ਕਹਿੰਦੇ ਹਨ ਜੇ ਅਸੀਂ ਇਹ ਵੇਖ ਕੇ ਇਸ ਨੂੰ ਛੱਡ ਦਿੰਦੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਅਸੀਂ ਬਖਸ਼ੇ ਨਹੀਂ ਜਾਣਾ ਸੀ, ਕਿਉਂਕਿ ਇਸ ਦਾ ਤੇ ਕੰਮ ਹੈ, ਇਸ ਨੂੰ ਸਮਝ ਨਹੀਂ ਹੈ। ਪਰ ਇਨਸਾਨ ਨੂੰ ਗੁਰੂ ਸਾਹਿਬ ਨੇ ਬਹੁਤ ਵੱਡੀ ਸਮਝ ਦੇਣਾ ਕੀਤੀ ਹੈ। ਬਸ ਇਸ ਸਾਖੀ ਨੂੰ ਆਪਣੇ ਵਿਚਾਰ ਦੇ ਅੰਦਰ ਵਿਚਾਰ ਲਈਏ ਕਿ ਮਾੜਾ ਮਨੁੱਖ ਹੈ ਨਾ ਜਿਹੜਾ, ਉਸ ਦਾ ਸੁਭਾਅ ਹੀ ਹੈ ਮਾੜਾ ਕਰਮ ਕਰਨਾ। ਪਰ ਜਿਹੜਾ ਇਨਸਾਨ ਦਾ ਨਿਮਰਤਾ ਵਾਲੇ ਹਰੀ ਦੇ ਪਿਆਰੇ ਦਾ ਸੁਭਾਅ ਹੈ, ਉਹ ਇਹ ਹੈ ਕਿ ਅਗਲੇ ਨੂੰ ਮਾਫ ਕਰ ਦੇਣਾ। ਗੁਰਬਾਣੀ ਦੇ ਵਿੱਚ ਸਾਹਿਬ ਨੇ ਦਰਜ ਵੀ ਕੀਤਾ ਹੈ, ਜਹਾਂ ਖਿਮਾ ਤਹ ਆਪ, ਜਿੱਥੇ ਮੁਆਫੀ ਹੈ ਨਾ ਉੱਥੇ ਪਰਮਾਤਮਾ ਦਾ ਆਪ ਵਾਸਾ ਹੈ, ਉੱਥੇ ਪਰਮਾਤਮਾ ਆਪ ਵਾਸਾ ਕਰਦੇ ਹਨ। ਜਿਸ ਹਿਰਦੇ ਦੇ ਅੰਦਰ ਕਿਸੇ ਨੂੰ ਮੁਆਫ ਕਰਨ ਦੀ ਤਾਕਤ ਹੈ ਨਾ,
ਤੇ ਸਾਹਿਬ ਕਹਿੰਦੇ ਨੇ ਉਹ ਇਨਸਾਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੈ। ਤੇ ਸਾਹਿਬ ਕਹਿੰਦੇ ਹਨ ਸੰਤਾਂ ਦਾ ਸੁਭਾਅ ਨਿਮਰਤਾ ਵਾਲਾ ਹੁੰਦਾ ਹੈ ਤੇ ਮਾੜੇ ਪੁਰਸ਼ ਦਾ ਸੁਭਾਅ ਉਹ ਬਿੱਛੂ ਦੇ ਸਮਾਨ ਹੈ ਕਿ ਉਸਨੇ ਡੰਗ ਮਾਰਨਾ ਹੀ ਮਾਰਨਾ ਹੈ। ਤੇ ਫਰੀਦ ਜੀ ਕਹਿੰਦੇ ਹਨ ਬੁਰੇ ਦਾ ਭਲਾ ਕਰ, ਇਸ ਕਰਕੇ ਬੁਰੇ ਦਾ ਵੀ ਚੰਗਾ ਸੋਚਣਾ ਕਰ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਆਪਣੇ ਹਿਰਦੇ ਅੰਦਰ ਗੁੱਸਾ ਨਹੀਂ ਕਰਨਾ। ਦੇਹੀ ਰੋਗ ਨਾ ਲੱਗਈ, ਕਹਿੰਦੇ ਤੇਰੀ ਦੇਹੀ ਨੂੰ, ਤੇਰੇ ਸਰੀਰ ਨੂੰ ਨਾ ਤਨ ਕਰਕੇ ਨਾ ਮਨ ਕਰਕੇ ਕੋਈ ਰੋਗ ਆਵੇਗਾ, ਪੱਲੇ ਸਭ ਕੁਛ ਪਾਏ ਤੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਸਾਰੀਆਂ ਨਿਆਮਤਾਂ ਪ੍ਰਾਪਤ ਕਰ ਲਵੇਂਗਾ। ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ, ਤੇ ਕਹਿੰਦੇ ਉਸ ਦੀ ਕੋਈ ਨਿੰਦਾ ਕਰੀ ਵੀ ਜਾਵੇ ਉਸ ਦੀ ਨਿੰਦਾ ਹੁੰਦੀ ਨਹੀਂ ਹੈ। ਕਿਉਂ ਨਹੀਂ ਹੁੰਦੀ? ਕਿਉਂਕਿ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਵਸ ਗਿਆ ਉਹਨਾਂ ਦੀ ਕੋਈ ਨਿੰਦਾ ਨਹੀਂ ਕਰ ਸਕਦਾ। ਨਿੰਦਕ ਕੀ ਗਤ ਕਤਹੂ ਨਾਹੀ ਖਸਮੈ ਏਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ। ਕਹਿੰਦੇ ਨੇ ਜੇ ਕਿਸੇ ਦੀ ਕੋਈ ਨਿੰਦਾ ਵੀ ਕਰਦਾ ਹੈ ਨਾ, ਤੇ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਕਿਸੇ ਦੀ ਨਿੰਦਾ ਜ਼ਿਆਦੀ ਹੋਵੇਗੀ ਉਸ ਦਾ ਜਸ ਓਨਾ ਹੀ ਦੁਨੀਆ ਤੇ ਜ਼ਿਆਦਾ ਹੋਵੇਗਾ, ਕਿਉਂਕਿ ਨਿੰਦਾ ਕਰਨ ਵਾਲਾ ਆਪਣੇ ਸਰੀਰ ਦੇ ਉੱਤੇ ਭਾਰ ਲੈਂਦਾ ਹੈ। ਤੇ ਜਿਸ ਦੀ ਨਿੰਦਾ ਹੁੰਦੀ ਹੈ, ਗੁਰਬਾਣੀ ਦੇ ਵਿੱਚ ਇਹ ਸ਼ਬਦ ਵੀ ਸਾਹਿਬ ਨੇ ਦਰਜ ਕੀਤਾ ਹੈ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਕਹਿੰਦੇ ਜੇ ਕਰਨੀ ਹੈ, ਭਗਤ ਜੀ ਗੁਰਬਾਣੀ ਦੇ ਵਿੱਚ ਦਰਜ ਕਰਦੇ ਹਨ, ਕਹਿੰਦੇ ਨੇ ਮੇਰੀ ਨਿੰਦਾ ਰੱਜ ਕੇ ਕਰਨਾ ਕਰੋ। ਜਿਹੜਾ ਨਿੰਦਾ ਕਰੇਗਾ, ਕਹਿੰਦਾ ਨਿੰਦਕ ਡੂਬਾ ਹਮ ਉਤਰੇ ਪਾਰਾ, ਨਿੰਦਕ ਦਾ ਤੇ ਡੁਬਾ ਹੋ ਗਿਆ ਹੈ ਤੇ ਸਾਡੀ ਨਿੰਦਾ ਉਹ ਕਰ ਰਿਹਾ ਸੀ ਤੇ ਸਾਨੂੰ ਉਸ ਭਵਜਲ ਤੋਂ ਪਾਰ ਕਰ ਗਿਆ। ਕਿਉਂ? ਕਿਉਂਕਿ ਉਹ ਸਾਡੇ ਸਾਰੇ ਪਾਪ ਧੋ ਰਿਹਾ ਹੈ, ਆਪ ਨਿੰਦਾ ਕਰਕੇ ਸਾਡੇ ਪਾਪਾਂ ਨੂੰ ਉਹ ਧੋ ਰਿਹਾ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਨਿੰਦਾ ਵੀ ਬਹੁਤ ਮਾੜੀ ਹੈ, ਨਿੰਦਾ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ, ਕਿਸੇ ਦੇ ਪ੍ਰਤੀ ਕਦੇ ਈਰਖਿਆ ਨਹੀਂ ਕਰਨੀ ਚਾਹੀਦੀ। ਗੁਰਬਾਣੀ ਦੇ ਵਿੱਚ ਸਾਹਿਬ ਨੇ ਸ਼ਬਦ ਦਰਜ ਕੀਤਾ ਹੈ, ਜਿੰਨਾ ਲੋਭ ਨੂੰ ਮਾੜਾ ਦੱਸਿਆ ਉਹਨਾਂ ਨਿੰਦਾ ਨੂੰ ਵੀ ਮਾੜਾ ਦੱਸਿਆ ਹੈ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਨ ਨਿਕਟ ਬੁਲਾਵੋ। ਕਹਿੰਦੇ ਆਪਣੇ ਨੇੜੇ ਬੁਲਾਉਣਾ ਕਰੋ, ਆਪਣੇ ਕੋਲ ਲਾ ਲਓ, ਇਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਤੋਂ ਛੁਡਾਉਣਾ ਕਰੋ। ਜੋ ਕੁਛ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ। ਉਹ ਅਕਾਲ ਪੁਰਖ ਵਾਹਿਗੁਰੂ ਬੜਾ ਬੇਅੰਤ ਹੈ। ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਹੁਣ ਸਾਹਿਬ ਨੇ ਇਹ ਸ਼ਬਦ ਵਰਤਿਆ ਤੇ ਇੱਥੇ ਇੱਕ ਸਵਾਲ ਵੀ ਪੈਦਾ ਹੁੰਦਾ ਹੈ, ਵਿਚਾਰ ਕਰਨੀ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਵਿੱਚ ਬੈਠਾ ਹੈ, ਚੰਗੇ ਇਨਸਾਨ ਦੇ ਵਿੱਚ ਵੀ ਬੈਠਾ ਹੈ, ਮਾੜੇ ਇਨਸਾਨ ਦੇ ਵਿੱਚ ਵੀ ਬੈਠਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਚੋਰਾਂ ਦਾ ਵੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਧਾਂ ਦਾ ਵੀ ਹੈ, ਉਹ ਮਾੜੇ ਇਨਸਾਨ ਦਾ ਵੀ ਹੈ, ਚੰਗੇ ਇਨਸਾਨ ਦਾ ਵੀ ਹੈ। ਉਹ ਸਭ ਨੂੰ ਇੱਕ ਸਮਾਨ ਸਮਝ ਕੇ ਆਪਣਾ ਬੱਚਾ ਤੇ ਸਭ ਨੂੰ ਰੋਟੀ ਦੇ ਰਿਹਾ ਹੈ, ਰਿਜ਼ਕ ਦੇ ਰਿਹਾ ਹੈ। ਪਰ ਇੱਕ ਸੋਚਣ ਵਾਲੀ ਗੱਲ ਹੈ, ਵਿਚਾਰ ਕਰਨ ਵਾਲੀ ਗੱਲ ਹੈ, ਇੱਥੇ ਇੱਕ ਕੁਐਸਚਨ ਮਾਰਕ ਪੈਦਾ ਹੁੰਦਾ ਹੈ ਵੀ ਜਦੋਂ ਇਨਸਾਨ ਦੀ ਨਿੰਦਾ ਹੁੰਦੀ ਹੈ ਜਾਂ ਇਨਸਾਨ ਨਿੰਦਾ ਕਰਦਾ ਹੈ ਤੇ ਵਿੱਚ ਬੈਠਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਬੋਲ ਰਿਹਾ ਹੈ। ਇਸ ਗੱਲ ਨੂੰ ਵਿਚਾਰਿਓ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਬੈਠਾ ਹੈ। ਜਦੋਂ ਸਭ ਦੇ ਅੰਦਰ ਬੈਠਾ ਹੈ, ਜੇ ਕਿਸੇ ਦੀ ਨਿੰਦਾ ਹੋ ਰਹੀ ਹੈ ਤਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਨਾਲ ਹੋ ਰਹੀ ਹੈ, ਤੇ ਜੇ ਕੋਈ ਨਿੰਦਾ ਕਰੇ ਜਦੋਂ ਉਹ ਆਪ ਹੀ ਅੰਦਰ ਬੈਠਾ ਹੈ, ਬੋਲ ਵੀ ਉਹ ਆਪ ਹੀ ਰਿਹਾ ਹੈ, ਸੁਣ ਵੀ ਉਹ ਆਪ ਹੀ ਰਿਹਾ ਹੈ, ਕਿਉਂਕਿ ਇਨਸਾਨ ਦੇ ਅੰਦਰ ਆਪ ਦਾ ਕੁਝ ਨਹੀਂ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਭਗਤ ਜੀ ਕਹਿੰਦੇ ਨੇ ਜਦੋਂ ਮੇਰਾ ਮੇਰੇ ਵਿੱਚ ਹੈ ਹੀ ਕੁਝ ਨਹੀਂ, ਚੰਗਾ ਹੈ ਮਾੜਾ ਹੈ ਇਹ ਸਾਰਾ ਤੇਰਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਨ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣੇ ਸੁਭਾਅ ਨੂੰ ਤਿਆਗਦੇ ਤੇ ਨਹੀਂ, ਉਹ ਜਾਣਦੇ ਹਨ ਕਿ ਜੋ ਕੁਝ ਕਰ ਰਿਹਾ ਮਾਲਕ ਪ੍ਰਭੂ ਆਪ ਹੀ ਕਰ ਰਿਹਾ ਹੈ।
ਉਹ ਅਕਾਲ ਪੁਰਖ ਵਾਹਿਗੁਰੂ ਹਰੇਕ ਦੇ ਵਿੱਚ ਬੈਠਾ ਹੋਇਆ ਹੈ ਤੇ ਜੋ ਕੁਝ ਕਰ ਰਿਹਾ ਪ੍ਰਮਾਤਮਾ ਆਪ ਹੀ ਕਰ ਰਿਹਾ, ਕਿਉਂਕਿ ਹਰੇਕ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਬੈਠਾ ਹੈ। ਪਰ ਸਾਧ ਸੰਗਤ ਜੀ ਸਵਾਲ ਇਹ ਪੈਦਾ ਹੁੰਦਾ ਹੈ ਵੀ ਜਦੋਂ ਇਨਸਾਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਬੈਠਾ ਹੈ, ਚੰਗੇ ਦੇ ਵਿੱਚ ਵੀ ਬੈਠਾ ਹੈ, ਮਾੜੇ ਦੇ ਵਿੱਚ ਵੀ ਬੈਠਾ ਹੈ, ਫਿਰ ਨਿੰਦਾ ਕਰ ਕਿਹੜਾ ਰਿਹਾ ਹੈ ਤੇ ਨਿੰਦਾ ਸੁਣ ਕਿਹੜਾ ਰਿਹਾ ਹੈ। ਇਸ ਸ਼ਬਦ ਨੂੰ ਵਿਚਾਰਨਾ ਇਹ ਬਹੁਤ ਡੂੰਘਾ ਸ਼ਬਦ ਹੈ। ਸਾਧ ਸੰਗਤ ਜੀ, ਕਰਨ ਕਰਾਵਨ ਆਪੇ ਆਪ ਮਾਨੁਖ ਕੈ ਕਿਛ ਨਾਹੀ ਹਾਥ, ਇਹ ਸ਼ਬਦ ਵੀ ਸਾਹਿਬ ਨੇ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ। ਪਰ ਯਾਦ ਰੱਖਣਾ, ਕਰ ਉਹ ਅਕਾਲ ਪੁਰਖ ਵਾਹਿਗੁਰੂ ਰਿਹਾ ਹੈ, ਪਰ ਉਹ ਅਕਾਲ ਪੁਰਖ ਵਾਹਿਗੁਰੂ ਨੇ ਨਿਆਮਤ ਬਖਸ਼ੀ ਹੈ। ਜਿਸ ਤਰ੍ਹਾਂ ਸੂਰਜ ਦੇ ਪ੍ਰਕਾਸ਼ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਰੋਸ਼ਨੀ ਹੁੰਦੀ ਹੈ, ਹੁਣ ਸੂਰਜ ਦੇ ਪ੍ਰਕਾਸ਼ ਦੀ ਅਲੱਗ-ਅਲੱਗ ਪ੍ਰਕਿਰਤੀ ਲੋਕਾਂ ਨੇ, ਵਿਦਵਾਨਾਂ ਨੇ, ਸਾਇੰਟਿਸਟਾਂ ਨੇ ਬਣਾ ਲਈ ਹੈ। ਸੋਲਰ ਲਾ ਕੇ ਉਸ ਤੋਂ ਲਾਈਟ ਦਾ ਕੰਮ ਵੀ ਲਿਆ ਜਾਂਦਾ ਹੈ। ਇੱਕ ਐਸਾ ਵੀ ਯੰਤਰ ਬਣ ਗਿਆ ਹੈ ਕਿ ਸਿੱਧਾ ਉਹਨਾਂ ਤੇ ਸੋਲਰ ਲਾਈਟ ਤੋਂ ਪ੍ਰਸ਼ਾਦਾ ਵੀ ਤਿਆਰ ਕਰਦੇ ਹਨ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਨੇ ਲਾਈਟ ਸਾਰਿਆਂ ਇਨਸਾਨਾਂ ਦੇ ਵਿੱਚ ਬਰਾਬਰ ਪਾਈ ਹੈ। ਜੇਤੀ ਬੁੱਧ ਤੇਤਾ ਪ੍ਰਗਾਸ, ਸਮਝਣ ਦੀ ਤਾਕਤ ਵੀ ਸਭ ਨੂੰ ਬਰਾਬਰ ਦਿੱਤੀ ਹੈ। ਪਰ ਸਾਹਿਬ ਕਹਿੰਦੇ ਨੇ ਉਸ ਨੂੰ ਵਰਤਣਾ ਕਿਵੇਂ ਹੈ, ਉਹ ਇਨਸਾਨ ਤੇ ਡਿਪੈਂਡ ਕਰਦਾ ਹੈ। ਉਸ ਇਨਸਾਨ ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਤਾਕਤ ਨੂੰ ਕਿਸ ਤਰ੍ਹਾਂ ਵਰਤਦਾ ਹੈ। ਤੇ ਗੁਰਬਾਣੀ ਦੇ ਵਿੱਚ ਸਾਹਿਬ ਨੇ ਸ਼ਬਦ ਲਿਖਿਆ ਹੈ, ਦਰਜ ਕੀਤਾ ਹੈ। ਕਹਿੰਦੇ ਨੇ ਸੋਝੀ ਵੀ ਬਖਸ਼ ਦਿੱਤੀ, ਸਾਰਾ ਕੁਝ ਦੇ ਦਿੱਤਾ। ਪਰ ਸਾਹਿਬ ਕਹਿੰਦੇ ਹਨ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੂ। ਉਧਾਰ ਉਸ ਦਾ ਹੋਣਾ ਹੈ ਜੋ ਇਸ ਤਾਕਤ ਨੂੰ ਅੰਦਰ ਸਮਾ ਕੇ ਰੱਖਦਾ ਹੈ, ਪਚਾ ਲੈਂਦਾ ਹੈ। ਮਾੜੇ ਅਤੇ ਚੰਗੇ ਦੀ ਸੋਝੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ ਸਭ ਨੂੰ ਹੈ, ਪਰ ਉਹ ਆਪਣੀ ਮੱਤ ਦੇ ਨਾਲ ਇਨਸਾਨ ਕਿਸ ਤਰ੍ਹਾਂ ਦਾ ਸੁਭਾਅ ਵਰਤਦਾ ਹੈ। ਸਾਹਿਬ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਕਹਿੰਦੇ ਨੇ ਨਿਮਰਤਾ ਦੇ ਘਰ ਦੇ ਵਿੱਚ ਰਹਿ ਕੇ ਸਾਰਾ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਹੁਣ ਜੋ ਕੁਛ ਕਰੇ ਸੋ ਆਪਣ ਭਾਣਿਆ, ਭਗਤਾ ਕਾ ਸਹਾਈ ਜੁਗ ਜੁਗ ਜਾਣਿਆ। ਜੋ ਕੁਛ ਕਰੇ ਸੋ ਆਪੇ ਆਪੇ, ਉਹ ਅਕਾਲ ਪੁਰਖ ਵਾਹਿਗੁਰੂ ਵਿਦ ਆਪ ਹੀ ਬਣਾਉਂਦਾ ਹੈ। ਚੰਗੇ ਤੇ ਮਾੜੇ ਦੀ ਸੰਗਤ ਦੀ ਵਿਦ ਵੀ ਉਹ ਆਪ ਹੀ ਬਣਾਉਂਦਾ ਹੈ। ਪਰ ਇਹ ਇਨਸਾਨ ਤੇ ਵੀ ਨਿਰਭਰ ਕਰਦਾ ਹੈ ਵੀ ਕਿਸ ਚੀਜ਼ ਨੂੰ ਗ੍ਰਹਿਣ ਕਰਨਾ ਹੈ ਤੇ ਕਿਸ ਚੀਜ਼ ਨੂੰ ਗ੍ਰਹਿਣ ਨਹੀਂ ਕਰਨਾ। ਹੁਣ ਸਭ ਨੇ ਇਹ ਸੁਣਿਆ ਹੈ, ਸਭ ਨੂੰ ਪਤਾ ਵੀ ਹੈ ਵੀ ਗੁਰੂ ਘਰ ਆ ਕੇ ਸੋਝੀ ਪ੍ਰਾਪਤੀ ਹੁੰਦੀ ਹੈ। ਪਰ ਸਾਧ ਸੰਗਤ ਜੀ, ਹੁਣ ਇਹ ਇਨਸਾਨ ਤੇ ਨਿਰਭਰ ਕਰਦਾ ਹੈ ਵੀ ਉਹ ਗੁਰੂ ਘਰ ਆਪ ਆਉਂਦਾ ਹੈ ਕਿ ਨਹੀਂ ਆਉਂਦਾ ਹੈ, ਉਹ ਸੰਗਤ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ ਹੈ, ਉਹ ਸਿਮਰਨ ਕਰਦਾ ਹੈ ਕਿ ਨਹੀਂ ਕਰਦਾ ਹੈ। ਇਹ ਉਪਦੇਸ਼ ਸਾਰੀ ਦੁਨੀਆ ਦਿੰਦੀ ਹੈ, ਸਾਰੀ ਸੁਣਦੀ ਹੈ, ਪਰ ਇਸ ਨੂੰ ਸੁਣ ਕੇ ਜਿਹੜਾ ਮਨ ਦੇ ਵਿੱਚ ਧਾਰਨ ਕਰਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ। ਫਿਰ ਤੀਜਾ ਪੜਾਅ ਪੈਦਾ ਹੁੰਦਾ ਹੈ, ਮਨ ਕੀਤਾ ਭਾਉ। ਭਾਵ ਅੰਦਰ ਪਿਆਰ ਫਿਰ ਪੈਦਾ ਹੁੰਦਾ ਹੈ। ਪਹਿਲੋਂ ਇਨਸਾਨ ਸੁਣਦਾ ਹੈ, ਸੁਣ ਕੇ ਧਾਰਨ ਕਰਦਾ ਹੈ, ਧਾਰਨ ਕਰਕੇ ਵਸਾ ਲੈਂਦਾ ਹੈ। ਫਿਰ ਸਾਹਿਬ ਕਹਿੰਦੇ ਨੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰਦਾ ਹੈ। ਹਰੇ ਆਪੇ ਹੀ ਮਤ ਦੇਵੈ ਸੁਆਮੀ, ਹਰੇ ਆਪੇ ਬੋਲ ਬੁਲਾਵੇ। ਹੁਣ ਪਿਛਲੇ ਸਵਾਲ ਦਾ ਜਵਾਬ ਵੀ ਸਾਹਿਬ ਆਪ ਦਿੰਦੇ ਹਨ। ਹਰ ਆਪੇ ਹੀ ਮਤ ਦੇਵੈ ਸੁਆਮੀ, ਉਹ ਆਪ ਹੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਸੋਝੀ ਦਿੰਦਾ ਹੈ, ਸੁਮਤ ਦਿੰਦਾ ਹੈ। ਗੁਰਬਾਣੀ ਦੇ ਵਿੱਚ ਇੱਕ ਅਰਦਾਸ ਬੇਨਤੀ ਦਾ ਸ਼ਬਦ ਆਉਂਦਾ ਹੈ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਦੇ ਨਾਲ ਇੱਕ ਸ਼ਬਦ ਸਾਹਿਬ ਨੇ ਦਰਜ ਕੀਤਾ ਹੈ, ਜਿਸ ਨੂੰ ਸਾਹਿਬ ਕਹਿੰਦੇ ਨੇ ਸੁਮਤ ਦੇਵੋ ਸੰਤ ਪਿਆਰੇ। ਇਹ ਰੱਬ ਦੇ ਪਿਆਰਿਓ, ਸੁਮਤ ਦੇਣਾ ਕਰੋ, ਚੰਗੀ ਮਤ ਦੇਣਾ ਕਰੋ। ਤੇ ਸਾਹਿਬ ਕਹਿੰਦੇ ਨੇ ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਪਿਆਰਿਆਂ ਨੂੰ ਸਿੱਖਿਆ ਦਿੰਦਾ ਹੈ, ਮਤ ਦਿੰਦਾ ਹੈ। ਚੰਗੀ ਮਤ ਵਾਹਿਗੁਰੂ ਆਪ ਬਖਸ਼ਦੇ ਹਨ। ਪਰ ਹਰੀ ਆਪ ਹੀ ਬੋਲ, ਉਹ ਜਿਹੜੇ ਬੋਲ ਰਿਹਾ ਹੈ, ਬਚਨ ਉਚਾਰ ਰਿਹਾ ਹੈ, ਉਹ ਵੀ ਅਕਾਲ ਪੁਰਖ ਵਾਹਿਗੁਰੂ ਆਪ ਬੋਲ ਰਿਹਾ, ਕਿਉਂਕਿ ਉਹ ਅੰਦਰ ਬੈਠਾ ਹੈ। ਸਾਹਿਬ ਕਹਿੰਦੇ ਨੇ ਸੁਣਦਾ ਵੀ ਉਹ ਆਪ ਹੈ, ਬੋਲਦਾ ਵੀ ਉਹ ਆਪ ਹੈ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਭ ਨੂੰ ਸੋਝੀ ਬਖਸ਼ਦਾ ਹੈ। ਹਉ ਆਪੋ ਬੋਲ ਨਾ ਜਾਣਦਾ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ
ਹੁਕਮਾਓ ਜੀਓ। ਕਹਿੰਦੇ ਨੇ ਹੁਕਮ ਵੀ ਆਪ ਕਰਦਾ ਹੈ ਤੇ ਸੁਣਦਾ ਵੀ ਆਪ ਹੈ, ਬੋਲਦਾ ਵੀ ਆਪ ਹੈ। ਜਿਉਂ ਬੁਲਾਵੇ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ। ਬੇਸੁਮਾਰ ਅਥਾ ਅਗੰਤ ਅਤੁੱਲ ਹੈ, ਜੋ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਕਹਿੰਦੇ ਜਿਸ ਤਰ੍ਹਾਂ ਦੇ ਆਪ ਸ਼ਬਦ ਸਾਡੇ ਮੁਖ ਦੇ ਵਿੱਚੋਂ ਕਢਵਾ ਰਹੇ ਹੋ, ਅਸੀਂ ਉਸ ਤਰ੍ਹਾਂ ਦੇ ਬੋਲ ਰਹੇ ਹਾਂ। ਜਿਉਂ ਬੁਲਾਵੇ ਤਿਉ ਬੋਲੇ, ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਹਿਬ ਕਹਿੰਦੇ ਨੇ ਬੋਲਦਾ ਜ਼ਰੂਰ ਉਹ ਹਰੇਕ ਦੇ ਵਿੱਚ ਹੈ, ਜੋ ਬੁਲਾਵੇ ਹੈ ਤਿਉ ਬੋਲੇ ਹੈ। ਸੁਆਮੀ ਕੁਦਰਤ ਕਵਨ ਹਮਾਰੀ, ਸਾਡੇ ਹੱਥ ਉਹ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਸਾਡੇ ਹੱਥ ਨਹੀਂ ਹੈ। ਉਹ ਜਿਸ ਤਰ੍ਹਾਂ ਬੁਲਾਉਂਦਾ ਹੈ, ਬੋਲ ਰਿਹਾ ਇਨਸਾਨ। ਪਰ ਸਾਹਿਬ ਕਹਿੰਦੇ ਨੇ ਸਾਧ ਸੰਗ ਨਾਨਕ ਜਸ ਗਾਇਓ, ਸਾਧ ਸੰਗ ਦੇ ਵਿੱਚ ਜਾ ਕੇ ਵਾਹਿਗੁਰੂ ਦੇ ਜਸ ਨੂੰ ਗਾਉਣਾ ਕਰੋ। ਜੇ ਉਹ ਬੋਲ ਰਿਹਾ ਹੈ ਨਾ, ਉਹ ਹਰੇਕ ਦੇ ਵਿੱਚ ਬੋਲਦਾ ਹੈ, ਹਰੇਕ ਦੀ ਸੁਣਦਾ ਹੈ, ਤੇ ਸਾਹਿਬ ਕਹਿੰਦੇ ਨੇ ਪਹਿਲੋਂ ਸਾਧ ਸੰਗਤ ਦੇ ਵਿੱਚ ਜਾ ਕੇ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਤੇ ਪਰਮਾਤਮਾ ਨੂੰ ਸਭ ਤੋਂ ਜ਼ਿਆਦਾ ਪਿਆਰੀ ਕੀ ਲੱਗਦੀ ਹੈ? ਗੁਰੂ ਦੀ ਸੰਗਤ ਲੱਗਦੀ ਹੈ। ਜਿਹੜਾ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਦਾ ਹੈ, ਵਾਹਿਗੁਰੂ ਨੂੰ ਸਭ ਤੋਂ ਜ਼ਿਆਦਾ ਪਿਆਰਾ ਉਹੀ ਲੱਗਦਾ ਹੈ। ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਇਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਬਣਾਈ ਹੋਈ ਦੇਹੀ ਹੈ ਨਾ, ਸਾਹਿਬ ਕਹਿੰਦੇ ਨੇ ਇਸ ਦੀ ਰਚਨਾ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਕੀਤੀ ਹੈ, ਤੇ ਐਸੀ ਕੀਤੀ ਹੈ। ਹਰ ਆਪੇ ਪੰਚ ਤਤ ਵਿਸਥਾਰਾ, ਕਹਿੰਦੇ ਨੇ ਪੰਜ ਤੱਤਾਂ ਦਾ ਇਨਸਾਨ ਬਣਿਆ ਹੈ। ਧਰਤੀ ਤੋਂ, ਵਾਯੂ ਤੋਂ, ਪਵਨ ਤੋਂ, ਅਗਨ ਤੋਂ, ਜਲ ਤੋਂ। ਤੇ ਸਰੀਰ ਜਿਹੜਾ ਦਿੱਤਾ, ਇਸ ਨੂੰ ਖਲੜੀ ਦਿੱਤੀ ਹੈ। ਸਾਹਿਬ ਕਹਿੰਦੇ ਨੇ ਜੋ ਇਸ ਦੀ ਚਮੜੀ ਬਣਾਈ ਹੈ, ਇਸ ਦਾ ਐਸਾ ਲੇਪ ਕੀਤਾ ਹੈ ਵੀ ਜਿਹੜਾ ਅੰਦਰ ਹੈ ਉਸ ਨੂੰ ਸਾਰੇ ਨੂੰ ਢੱਕ ਦਿੱਤਾ ਹੈ। ਗੁਰਬਾਣੀ ਦੇ ਵਿੱਚ ਸ਼ਬਦ ਜਗ੍ਹਾ ਜਗ੍ਹਾ ਤੇ ਆਏ ਹਨ। ਹਰੇਕ ਜਗ੍ਹਾ ਤੇ ਸਾਹਿਬ ਨੇ ਇਹ ਸਪਸ਼ਟ ਕੀਤਾ ਹੈ। ਅਗਰ ਇਨਸਾਨ, ਹੁਣ ਡਾਕਟਰਾਂ ਦੀ ਇਹ ਲਾਈਨ ਹੈ, ਜਦੋਂ ਡਾਕਟਰ ਕਿਸੇ ਇਨਸਾਨ ਦਾ ਆਪਰੇਸ਼ਨ ਕਰਦੇ ਹਨ ਨਾ, ਤੇ ਉਹਨਾਂ ਦੀ ਵਿੱਦਿਆ ਹੈ, ਪੜ੍ਹਾਈ ਹੈ। ਕਹਿੰਦੇ ਹਨ ਇਨਸਾਨ ਦੇ ਅੰਦਰ ਜਦੋਂ ਵੀ ਆਪਰੇਸ਼ਨ ਕੀਤਾ ਜਾਂਦਾ ਹੈ ਜਾਂ ਜ਼ਖਮ ਹੋ ਜਾਂਦਾ ਹੈ, ਆਪ ਜੀ ਨੇ ਦੇਖਿਆ ਹੈ ਕਿ ਉੱਥੋਂ ਖੂਨ ਨਿਕਲਦਾ ਹੈ, ਜ਼ਖਮ ਤੋਂ ਖੂਨ ਨਿਕਲਦਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਐਸਾ ਬਣਾਇਆ ਹੋਇਆ ਪਰਦਾ ਹੈ। ਦੇਖੋ, ਸਭ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਰਦੇ ਦੇ ਵਿੱਚ ਢੱਕ ਕੇ ਰੱਖਿਆ ਹੈ। ਅਗਰ ਕਿਸੇ ਇਨਸਾਨ ਦਾ ਜਦੋਂ ਡਾਕਟਰ ਆਪਰੇਸ਼ਨ ਕਰਦੇ ਹਨ, ਦਿਲ ਵਾਲਾ ਹਿੱਸਾ ਅਸੀਂ ਵੇਖ ਲਈਏ ਨਾ, ਤੇ ਸਾਨੂੰ ਰੋਟੀ ਚੰਗੀ ਨਹੀਂ ਲੱਗਣੀ। YouTube ਦੇ ਵਿੱਚ ਅਨੇਕਾਂ ਹੀ ਐਸੀਆਂ ਵੀਡੀਓ ਲੋਕ ਪਾਉਂਦੇ ਹਨ, ਕਿਸੇ ਦਾ ਦੁੱਖ ਕਿਸੇ ਕੋਲ ਦੇਖਿਆ ਨਹੀਂ ਜਾਂਦਾ। ਇਹ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਦੇਖੋ, ਉਸਨੇ ਸਰੀਰ ਉੱਪਰੋਂ ਸੋਹਣਾ ਲੱਗ ਰਿਹਾ ਹੈ, ਪਰ ਕਹਿੰਦੇ ਹਨ ਇਸ ਦੇ ਅੰਦਰ ਨਾੜੀਆਂ ਵੀ ਹਨ, ਹੱਡੀਆਂ ਵੀ ਹਨ, ਮਿੱਝ ਵੀ ਹੈ। ਪਤਾ ਨਹੀਂ ਕਿੰਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾ ਕੇ, ਪਰ ਇੱਕ ਸੋਹਣੀ ਉੱਪਰ ਕੀ ਬਣਾ ਦਿੱਤੀ ਹੈ? ਪਰਤ ਪਾ ਦਿੱਤੀ ਹੈ। ਤੇ ਸਾਧ ਸੰਗਤ ਜੀ ਬਸ ਯਾਦ ਰੱਖਣਾ, ਇਹ ਮਾਇਆ ਦਾ ਵੀ ਸਾਡੇ ਉੱਤੇ ਪਰਦਾ ਹੀ ਪਿਆ ਹੈ। ਅਗਰ ਮਾਇਆ ਦੇ ਅੰਦਰ ਜਾ ਕੇ ਦੇਖੀਏ ਨਾ, ਮਾਇਆ ਜੜ ਤੇ ਚੇਤਨ ਹੈ। ਤੇ ਜਦੋਂ ਮਾਇਆ ਦਾ ਅਸਲੀ ਰੂਪ ਕਿਸੇ ਨੇ ਦੇਖ ਲਿਆ ਨਾ, ਤੇ ਭਗਤਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ, ਕਹਿੰਦੇ ਮਾਇਆ ਦਾ ਜਿਹੜਾ ਅਸਲੀ ਰੂਪ ਹੈ ਬਹੁਤ ਕਰੂਪ ਹੈ, ਪਰ ਇਸ ਨੇ ਆਪਣਾ ਪਰਦਾ ਸਭ ਦੇ ਮੱਤ ਦੇ ਉੱਤੇ ਪਾਇਆ ਹੋਇਆ ਹੈ। ਇਹ ਮਾਇਆ ਹੀ ਹੈ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਨੂੰ ਜੁੜਨ ਨਹੀਂ ਦਿੰਦੀ। ਤੇ ਸਾਹਿਬ ਕਹਿੰਦੇ ਨੇ ਬਸ ਇਸੇ ਪਰਦੇ ਨੂੰ ਚੱਕ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਜੁੜਨਾ ਹੈ। ਇਸ ਬੰਦਗੀ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ। ਇਸੇ ਨੂੰ ਸਾਹਿਬ ਕਹਿੰਦੇ ਨੇ ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਉਸ ਅਕਾਲ ਪੁਰਖ ਵਾਹਿਗੁਰੂ ਨੇ ਰਚਨਾ ਕੀਤੀ ਹੈ, ਇਸ ਸਰੀਰ ਦੀ ਰਚਨਾ ਕੀਤੀ ਹੈ। ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕਹਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੰਜ ਚੀਜ਼ਾਂ ਚੋਂ ਚੀਜ਼ ਬਣਾਈ ਹੈ, ਇਹ ਸੰਸਾਰ ਬਣਾਇਆ ਹੈ। ਕੋਈ ਹਿੰਮਤ ਕਰਕੇ ਕੋਈ ਛੇਵਾਂ ਤੱਤ ਪਾ ਕੇ ਦਿਖਾਵੇ, ਕਹਿੰਦੇ ਪਾ ਨਹੀਂ ਸਕਦਾ। ਅੱਜ ਅਸੀਂ ਜਦੋਂ ਦੁਖੀ ਹੁੰਦੇ ਹਾਂ, ਸਾਡਾ ਇਲਾਜ ਹੁੰਦਾ ਹੈ, ਅਸੀਂ ਡਾਕਟਰ ਦਾ ਸ਼ੁਕਰਾਨਾ ਕਰ ਸਕਦੇ ਹਾਂ, ਪਰ ਯਾਦ ਰੱਖਣਾ ਜਿਸ ਨੇ ਐਡੀ ਸੋਹਣੀ ਦੇਹੀ ਦਿੱਤੀ ਹੈ, ਪੰਜਾਂ ਤੱਤਾਂ ਦਾ ਇਸਨੇ ਇਨਸਾਨ ਬਣਾਇਆ ਹੈ, ਉਸ ਦਾ ਸ਼ੁਕਰਾਨਾ ਅਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਨਹੀਂ ਕਰਦੇ। ਪੰਜ ਤਤ ਕਰ ਪੁੱਤਰਾ ਕੀਨਾ, ਕਿਰਤ ਮਿਲਾਵਾ ਹੋਵਾ।
ਪੰਜ ਤਤ ਕਾ ਰਚਨ ਰਚਾਨਾ, ਪੰਜਾਂ ਤੱਤਾਂ ਦਾ ਉਸਨੇ ਰਚਨ ਰਚਿਆ ਹੋਇਆ ਹੈ। पांच तत्त को तन रचियो, जानो चतुर सुजान। तू कहते अपने आप को सियाणा समझदा है, तेरे अंदर है कि पंजां तत्तां दा तेनू अकाल पुरख वाहिगुरू ने आप बनाया है, तेरे विच कुछ नहीं है। वो अकाल पुरख वाहिगुरू की कीती हुई रचना है, वो अंदर बोल रहा है, सुन रहा है। साहिब कहते ने अगर तू चल के भी आया ना, पैरां दे नाल चल के भी आया है, ਤੇ ਉਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਹੈ। ਕਈਆਂ ਦੇ ਤੇ ਪੈਰ ਹੀ ਨਹੀਂ ਹਨ, ਤੈਨੂੰ ਪੈਰ ਦਿੱਤੇ ਹਨ, ਤੂੰ ਸ਼ੁਕਰਾਨਾ ਕਰ। ਪਰ ਸਾਹਿਬ ਕਹਿੰਦੇ ਨੇ ਬਸ ਇਨਸਾਨ ਦਾ ਸੁਭਾਅ ਹੈ ਕਿ ਦਿੱਤੀ ਹੋਈ ਚੀਜ਼ ਨੂੰ ਉਸ ਦੀ ਕਦਰ ਨਹੀਂ ਕਰਦਾ, ਪਰ ਜਦੋਂ ਉਹ ਚੀਜ਼ ਉਸ ਤੋਂ ਦੂਰ ਜਾਂਦੀ ਹੈ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ, ਬੇਨਤੀਆਂ ਕਰਦਾ ਹੈ ਕਿ ਇਹ ਵਸਤੂ ਮੇਰੇ ਤੋਂ ਦੂਰ ਨਾ ਹੋਵੇ। ਤੇ ਸਾਹਿਬ ਕਹਿੰਦੇ ਹਨ ਬਸ ਇਹੀ ਸਮਝਣ ਦੀ ਜ਼ਰੂਰਤ ਹੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੇ। ਉਹ ਅਕਾਲ ਪੁਰਖ ਵਾਹਿਗੁਰੂ ਆਪ ਸਭ ਨੂੰ ਮਿਲਦਾ ਹੈ, ਆਪ ਸਭ ਨੂੰ ਸੰਜੋਗ ਬਣਾ ਕੇ ਸੰਗਤ ਬਖਸ਼ਦਾ ਹੈ। ਪਰ ਸਾਹਿਬ ਕਹਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ੀ ਹੋਈ ਸੰਗਤ ਦਾ ਵੀ ਤੂੰ ਮਾਣ ਸਤਿਕਾਰ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਦੇ ਵਿੱਚ ਬੈਠ ਕਰਕੇ ਬੰਦਗੀ ਕਰ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰਿ ਆਪੇ ਝਗਰ ਚੁਕਾਵੇ। ਇਹ ਨਾਨਕ ਪਰਮਾਤਮਾ ਆਪ ਹੀ ਆਪਣੇ ਸੇਵਕਾਂ ਨੂੰ ਮਿਲਾ ਲੈਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੀ ਖਿੱਚੋ ਤਾਣ ਮੁਕਾਉਂਦਾ ਹੈ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਸਮਾ ਜਾਂਦਾ ਹੈ, ਹਿਰਦੇ ਦੇ ਅੰਦਰ ਜਦੋਂ ਉਸ ਨੂੰ ਅਸੀਂ ਧਾਰਨ ਕਰ ਲੈਂਦੇ ਹਾਂ, ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਸੇਵਾ ਕਰਕੇ, ਰੱਬ ਦੇ ਪਿਆਰਿਆਂ ਦੀ ਸੇਵਾ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਕੇ, ਸਿਮਰਨ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਅਸੀਂ ਪ੍ਰਾਪਤ ਕਰਦੇ ਹਾਂ, ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਹੀ, ਕਿਰਪਾ ਹੀ, ਉਹ ਆਪ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮਿਲਦਾ ਹੈ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਤੇ ਅਰਦਾਸ ਬੇਨਤੀ ਸਾਡੀ ਇਹੀ ਹੋਣੀ ਚਾਹੀਦੀ ਹੈ, हे ਅਕਾਲ ਪੁਰਖ ਵਾਹਿਗੁਰੂ ਐਸੀ ਕਿਰਪਾ ਕਰੋ ਆਪ ਜੀਆਂ ਦਾ ਮੇਲ ਹੋਵੇ, ਆਪ ਜੀਆਂ ਦੇ ਮੇਲ ਦਾ ਕਰਕੇ ਚੰਗੇ ਇਨਸਾਨਾਂ ਦਾ ਮੇਲ ਹੋਵੇ, ਜਿਨ੍ਹਾਂ ਨੂੰ ਮਿਲਣ ਦਾ ਕਰਕੇ ਆਪ ਜੀ ਦਾ ਨਾਮ ਯਾਦ ਆਵੇ। ਤੇ ਅਰਦਾਸ ਨਿਤਾ ਪ੍ਰਤੀ ਇਹੀ ਕਰਨੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਕਰਤਾ ਕਰੇ ਸੋ ਰੋਗ ਨਾ ਚੱਲੇ ਚਲਾਇਆ, ਕਰਤਾ ਕਰੇ ਸੋ ਭੋਗ ਨਾ ਚੱਲੇ ਚਲਾਇਆ, ਝਗੜ ਚੁਕਾਵੇ ਹਰ ਗੁਣ ਗਾਵੇ, ਪੂਰਾ ਸਤਿਗੁਰ ਸਹਿਜ ਸਮਾਵੇ। ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਦੇ ਝਗੜਿਆਂ ਨੂੰ ਆਪ ਹੀ ਮੁਕਾ ਦਿੰਦਾ ਹੈ। ਤਿੰਨ ਰੋਗ ਇਨਸਾਨ ਦੇ ਹਨ ਜਿਨ੍ਹਾਂ ਨੂੰ ਸਾਹਿਬ ਨੇ ਤਿੰਨਾਂ ਤਾਪਾਂ ਦਾ ਨਾਮ ਦਿੱਤਾ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖ ਰਾਸ, ਤਾਂ ਕੋ ਵਿਘਨ ਨ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਅਰਦਾਸ ਤੋਂ ਪਹਿਲਾਂ ਅਸੀਂ ਇਹ ਦੋਹਰਾ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ, ਸ਼ਲੋਕ ਪੜ੍ਹਦੇ ਹਾਂ ਵੀ ਤੀਨੇ ਤਾਪ ਨਿਵਾਰਨ ਹਾਲਾ। ਜਿਹੜੇ ਤਿੰਨ ਤਾਪ ਹਨ ਨਾ ਸਾਡੇ ਅੰਦਰ, ਤਿੰਨ ਰੋਗ ਹਨ, ਇਹਨਾਂ ਨੂੰ ਆਪ ਜੀ ਦੂਰ ਕਰਨਾ ਕਰੋ। ਉਹ ਕਿਹੜੇ ਹਨ? ਸਰੀਰਕ ਰੋਗ ਹੈ, ਮਾਨਸਿਕ ਰੋਗ ਹੈ ਤੇ ਆਤਮਿਕ ਰੋਗ ਹੈ। ਸਾਹਿਬ ਕਹਿੰਦੇ ਹਨ ਇਹਨਾਂ ਤਿੰਨਾਂ ਰੋਗਾਂ ਤੋਂ ਅਕਾਲ ਪੁਰਖ ਵਾਹਿਗੁਰੂ ਆਪ ਬਚਾ ਕੇ ਫਿਰ ਇਸ ਆਤਮਾ ਨੂੰ ਵੀ ਰੋਗ ਨਹੀਂ ਲੱਗਣ ਦਿੰਦੇ, ਸਰੀਰ ਨੂੰ ਵੀ ਨਹੀਂ ਲੱਗਣ ਦਿੰਦੇ, ਮਨ ਨੂੰ ਵੀ ਨਹੀਂ ਲੱਗਣ ਦਿੰਦੇ। ਮਾਨਸਿਕ ਰੋਗ, ਜਿਸ ਤਰ੍ਹਾਂ ਇਨਸਾਨ ਮਾਨਸਿਕ ਰੋਗ ਤੋਂ ਜਦੋਂ ਗ੍ਰਸਤ ਹੁੰਦਾ ਹੈ ਤੇ ਸਾਹਿਬ ਕਹਿੰਦੇ ਉਸਨੂੰ ਆਪਣੀ ਸਮਝ ਨਹੀਂ ਰਹਿ ਜਾਂਦੀ। ਤਨ ਦਾ ਰੋਗ ਹੈ, ਸਰੀਰ ਦਾ ਰੋਗ ਹੈ, ਮਨ ਦਾ ਰੋਗ ਹੈ, ਮਾਨਸਿਕ ਰੋਗ ਹੈ ਤੇ ਇੱਕ ਸਾਹਿਬ ਆਤਮਿਕ ਰੋਗ ਕਹਿੰਦੇ ਨੇ। ਆਰਥਿਕ ਰੋਗ ਵੀ ਹੈ, ਆਤਮਿਕ ਰੋਗ ਵੀ ਹੈ, ਭਾਵ ਜਿਹੜਾ ਆਤਮਾ ਨੂੰ ਦੁੱਖ ਲੱਗਦਾ ਹੈ। ਤੇ ਆਤਮਾ ਨੂੰ ਦੁੱਖ ਉਦੋਂ ਲੱਗਦਾ ਹੈ ਜਦੋਂ ਆਤਮਾ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਭਿੱਜਦੀ ਨਹੀਂ ਹੈ। ਤੇ ਜਿਹੜੀ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਭਿੱਜ ਜਾਂਦੀ ਹੈ, ਸਾਹਿਬ ਕਹਿੰਦੇ ਨੇ ਆਤਮਾ ਫਿਰ ਪ੍ਰਾਤਮਾ ਦਾ ਰੂਪ ਹੋ ਜਾਂਦੀ, ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਆਰਾਮ। ਕਹਿੰਦੇ ਜਿਸ ਤਰ੍ਹਾਂ ਸੂਰਜ ਦੀ ਕਿਰਨ ਤੇ ਸੂਰਜ ਇੱਕ ਦੂਜੇ ਤੋਂ ਵੱਖ ਨਹੀਂ ਹਨ, ਸੂਰਜ ਤੋਂ ਹੀ ਕਿਰਨ ਪੈਦਾ ਹੋਈ ਹੈ। ਪਰ ਸਾਹਿਬ ਕਹਿੰਦੇ ਸੂਰਜ ਕਿਰਨ ਮਿਲੇ, ਜਦੋਂ ਉਹ ਸੂਰਜ ਦੀ ਕਿਰਨ ਸੂਰਜ ਦੇ ਵਿੱਚ ਰਹਿ ਜਾਂਦੀ ਹੈ, ਸਮਾ ਜਾਂਦੀ ਹੈ। ਜਿਸ ਤਰ੍ਹਾਂ ਜਲ ਦੇ ਵਿੱਚੋਂ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਏ। ਜਲ ਤੋਂ ਪੈਦਾ ਹੋਣ ਵਾਲੀ ਤਰੰਗ
ਸਾਹਿਬ ਕਹਿੰਦੇ ਨੇ ਜਲ ਦੇ ਵਿੱਚ ਹੀ ਰਹਿ ਜਾਂਦੀ ਹੈ, ਜਲ ਦੇ ਵਿੱਚ ਹੀ ਸਮਾ ਜਾਂਦੀ ਹੈ। ਉਸੇ ਤਰ੍ਹਾਂ ਇਹ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਦੋਂ ਵਿਰਾਜਦੀ ਹੈ, ਉਸ ਆਤਮਾ ਤੋਂ, ਉਸ ਪ੍ਰਾਤਮਾ ਤੋਂ ਟੁੱਟ ਕੇ ਆਈ ਹੋਈ ਆਤਮਾ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜਦੀ ਹੈ ਤੇ ਉਹ ਆਤਮਾ ਫਿਰ ਪਰਮਾਤਮਾ ਦਾ ਰੂਪ ਹੀ ਹੋ ਜਾਂਦੀ ਹੈ। ਸੋ ਇੰਨੇ ਕੁ ਸ਼ਬਦ ਕਹਿ ਕੇ ਖਿਮਾ ਦੇ ਜਾਚਕ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।